ਤਾਂ ਜਿੱਥੇ ਕਰੋਨਾ ਦੀ ਮਾਰ ਪੈ ਰਹੀ ਹੈ, ਇੱਕ ਪਾਸੇ ਦੇਸ਼ ਕਰੋਨਾ ਨਾਲ ਲੜ ਰਿਹਾ ਹੈ, ਸੂਬੇ ਕਰੋਨਾ ਨਾਲ ਲੜ ਰਹੇ ਨੇ, ਤਾਂ ਇਸ ਸਭ ਦੇ ਵਿੱਚ ਮੌਸਮ ਵੀ ਤਬਾਹੀ ਮਚਾ ਰਿਹਾ ਹੈ। ਪੰਜਾਬ ਦੇ ਖਾਸ ਕਰਕੇ ਅੱਜ ਕਈ ਇਲਾਕਿਆਂ ਦੇ ਵਿੱਚ ਭਾਰੀ ਬਰਸਾਤ ਹੋਈ ਹੈ ਔਰ ਇਹ ਕਿਸਾਨਾਂ ਦੇ ਲਈ ਇਹ ਮੌਸਮ ਦਾ ਬਦਲਾਵ ਜਿਹੜਾ ਹੈ ਉਹ ਜ਼ਿਆਦਾ ਖਤਰਨਾਕ ਸਾਬਿਤ ਹੋ ਰਿਹਾ ਹੈ। ਮੰਡੀਆਂ ਦੇ ਵਿੱਚ ਕਣਕ ਪਈ ਹੈ, ਬੋਰੀਆਂ ਭਰੀਆਂ ਪਈਆਂ ਨੇ ਔਰ ਸਰਕਾਰ ਦੇ ਇੰਤਜ਼ਾਮਾਂ ਦੀ ਪੋਲ ਖੁੱਲ ਚੁੱਕੀ ਹੈ, ਕਿਉਂਕਿ ਖੁੱਲੇ ਅਸਮਾਨ ਹੇਠ ਬਹੁਤ ਸਾਰੀਆਂ ਮੰਡੀਆਂ ਐਸੀਆਂ ਨੇ ਜਿੱਥੇ ਖੁੱਲੇ ਅਸਮਾਨ ਹੇਠ ਇਹ ਬੋਰੀਆਂ ਰੱਖੀਆਂ ਸੀ ਔਰ ਅੱਜ ਮੀਂਹ ਦੇ ਵਿੱਚ ਇਹ ਬੋਰੀਆਂ ਭਿੱਜਦੀਆਂ ਦਿਖਾਈ ਦਿੱਤੀਆਂ। ਇਹ ਤਸਵੀਰਾਂ ਅਸੀਂ ਨਾਭਾ ਦੀਆਂ ਦਿਖਾ ਰਹੇ ਹਾਂ, ਪਰ ਬਹੁਤ ਸਾਰੀਆਂ ਥਾਵਾਂ ਤੇ ਇਸ ਤਰੀਕੇ ਦਾ ਨਜ਼ਰ ਆ ਰਿਹਾ ਹੈ ਮੰਜ਼ਰ, ਇਸ ਤਰੀਕੇ ਦੀ ਤਸਵੀਰ ਕਿ ਭਾਰੀ ਮੀਂਹ ਹੈ ਔਰ ਕਣਕ ਦੀਆਂ ਜਿਹੜੀਆਂ ਬੋਰੀਆਂ ਨੇ ਉਹ ਅੱਧੇ ਤੋਂ ਜ਼ਿਆਦਾ ਪਾਣੀ ਦੇ ਵਿੱਚ ਭਿੱਜ ਚੁੱਕੀਆਂ ਨੇ। ਕਣਕ ਗਿੱਲੀ ਹੋ ਚੁੱਕੀ ਹੈ। ਇਹ ਵੱਡੀ ਸਮੱਸਿਆ ਕੱਲ ਨੂੰ, ਕਿਉਂਕਿ ਜਦੋਂ ਗੋਦਾਮਾਂ ਦੇ ਵਿੱਚ ਸਟੋਰ ਕਰਨਾ ਹੈ ਕਣਕ ਨੂੰ, ਤਾਂ ਉਸ ਵੇਲੇ ਇਸ ਨੂੰ ਸੁਕਾਉਣਾ ਕਿੰਨਾ ਔਖਾ ਹੋ ਜਾਵੇਗਾ ਇਹ ਆਪਣੇ ਆਪ ਦੇ ਵਿੱਚ ਸਮਝਿਆ ਜਾ ਸਕਦਾ ਔਰ ਨੁਕਸਾਨ ਇਸ ਦੇ ਵਿੱਚ ਕਿਸਾਨਾਂ ਦਾ ਵੀ ਹੋ ਰਿਹਾ ਹੈ। ਜਿਨ੍ਹਾਂ ਕਿਸਾਨਾਂ ਦੀ ਕਣਕ ਨੂੰ ਤੋਲ ਨਹੀਂ ਲੱਗਿਆ, ਉਹਨਾਂ ਦੀ ਕਣਕ ਭਿੱਜ ਜਾਣ ਤੋਂ ਬਾਅਦ ਉਹਨਾਂ ਦੇ ਲਈ ਵੀ ਦਿੱਕਤਾਂ ਖੜੀਆਂ ਹੋ ਜਾਣਗੀਆਂ। ਭੁਪਿੰਦਰ ਸਿੰਘ ਸਾਡੇ ਸਹਿਯੋਗੀ ਜੁੜੇ ਨੇ ਨਾਭਾ ਤੋਂ ਫੋਨ ਲਾਈਨ ਤੇ ਹੋਰ ਜਾਣਕਾਰੀ ਦੇ ਲਈ। ਭੁਪਿੰਦਰ, ਅਸੀਂ ਇਹ ਤਸਵੀਰ ਦੇਖ ਪਾ ਰਹੇ ਹਾਂ, ਕਿੰਨੀਆਂ ਕੁ ਮੰਡੀਆਂ ਨੇ ਐਸੀਆਂ ਜਿੱਥੇ ਕੋਈ ਸ਼ੈੱਡ ਨਹੀਂ ਹੈ ਔਰ ਜਿੱਥੇ ਕੋਈ ਇੰਤਜ਼ਾਮ ਨਹੀਂ ਹੈ ਇਸ ਅਨਾਜ ਨੂੰ ਢੱਕਣ ਦਾ? ਵਿਜੇ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਿਹੜੀ ਨਾਭਾ ਦੀ ਅਨਾਜ ਮੰਡੀ ਆ, ਏਸ਼ੀਆ ਦੂਜੇ ਨੰਬਰ ਤੇ ਜਾਣੀ ਜਾਂਦੀ ਹੈ ਮੰਡੀ। ਭਾਵੇਂ ਕਿ ਸ਼ੈੱਡ ਬਣੇ ਹੋਏ ਨੇ, ਉੱਥੇ ਵੀ ਪੂਰਾ ਸਟਾਕ ਭਰਿਆ ਹੋਇਆ ਤੇ ਖੁੱਲੇ ਆਸਮਾਨ ਦੇ ਨੀਚੇ 7 ਤੋਂ ਲੈ ਕੇ 8 ਤੱਕ ਕੱਟਾ ਜਿਹੜਾ ਭੇਜ ਰਿਹਾ ਹੈਗਾ। ਪਰ ਜਿਹੜੇ ਪ੍ਰਸ਼ਾਸਨ ਅਤੇ ਸਰਕਾਰ ਦੇ ਜੋ ਦਾਅਵੇ ਕੀਤੇ ਗਏ ਸੀ ਵੀ ਇਹ ਕਣਕ ਨਾਲ ਦੇ ਨਾਲ ਚੱਕੀ ਜਾਵੇ, ਇਹ ਬਿਲਕੁਲ ਖੋਖਲੇ ਦਿਖਾਈ ਦੇ ਰਹੇ ਨੇ। ਨਾਲ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ, ਜਿਹੜੀ 2 ਰੁਪਏ ਕਿਲੋ ਗਰੀਬਾਂ ਲਈ ਕਣਕ ਆ, ਇਹ ਬਿਲਕੁਲ ਹੁਣ ਖਰਾਬ ਹੋ ਜਾਏਗੀ। ਸਰਕਾਰ ਇਸੇ ਤਰ੍ਹਾਂ ਗਰੀਬਾਂ ਤੱਕ ਪਹੁੰਚਤੀ ਕਰ ਦੇਵੇਗੀ। ਜੀ ਧੰਨਵਾਦ ਭੁਪਿੰਦਰ ਇਸ ਜਾਣਕਾਰੀ ਦੇ ਲਈ। ਤਾਂ ਮੌਸਮ ਦੀ ਮਾਰ ਪੈ ਰਹੀ ਹੈ ਖਾਸ ਤੌਰ ਤੇ ਕਿਸਾਨਾਂ ਤੇ ਜਾਂ ਮੰਡੀਆਂ 'ਚ ਜਿਨ੍ਹਾਂ ਨੇ ਕਣਕ ਖਰੀਦੀ ਵੀ ਹੈ, ਇਹ ਆੜ੍ਹਤੀਆਂ ਦੇ ਲਈ ਵੀ ਹੈ ਔਰ ਇਹ ਸਰਕਾਰ ਦੇ ਲਈ ਵੀ ਹੈ ਕਿ ਇਸ ਬਦ ਇੰਤਜ਼ਾਮੀ ਦੀ ਭੇਂਟ ਚੜ੍ਹ ਰਿਹਾ ਇਹ ਅਨਾਜ ਜਿਹੜਾ ਖੁੱਲੇ ਦੇ ਵਿੱਚ ਰੱਖਿਆ ਹੋਇਆ। ਤਾਂ ਇਹ ਤਸਵੀਰਾਂ ਨਾਭਾ ਦੀ ਅਨਾਜ ਮੰਡੀ ਦੀਆਂ ਨੇ ਜੋ ਅਸੀਂ ਲਗਾਤਾਰ ਦਿਖਾ ਰਹੇ ਹਾਂ। ਕਣਕ ਦੀਆਂ ਬੋਰੀਆਂ ਭਿੱਜੀਆਂ ਦਿਖਾਈ ਦੇ ਰਹੀਆਂ ਨੇ, ਕਿਸ ਤਰੀਕੇ ਨਾਲ ਪਾਣੀ ਟਪਕ ਰਿਹਾ, ਭਾਰੀ ਬਰਸਾਤ ਹੋ ਰਹੀ ਹੈ ਔਰ ਇਹ ਬੋਰੀਆਂ ਜਿਹੜੀਆਂ ਕਣਕ ਦੀਆਂ ਨੇ ਇਹ ਪਾਣੀ ਦੇ ਵਿੱਚ ਭਿੱਜ ਕੇ ਜਿਹੜਾ ਅਨਾਜ ਹੈ, ਕਣਕ ਭਰੀ ਹੋਈ ਹੈ ਇਹਨਾਂ ਬੋਰੀਆਂ ਦੇ ਵਿੱਚ, ਇਹ ਖਰਾਬ ਹੋ ਰਹੀ ਹੈ। ਕਿਉਂਕਿ ਜਦੋਂ ਇਸ ਨੂੰ ਬਾਅਦ ਚ ਗੋਦਾਮਾਂ ਦੇ ਵਿੱਚ ਰੱਖਿਆ ਜਾਣਾ ਤਾਂ ਅਗਰ ਗਿੱਲੀ ਕਣਕ ਗੋਦਾਮਾਂ ਦੇ ਵਿੱਚ ਭੇਜ ਦਿੱਤੀ ਜਾਂਦੀ ਹੈ ਤਾਂ ਫਿਰ ਉਹ ਸਿਰਫ ਕਣਕ ਖਰਾਬ ਨਹੀਂ ਹੁੰਦੀ, ਬਲਕਿ ਜਿਹੜੀਆਂ ਆਸ-ਪਾਸ ਦੀਆਂ ਬੋਰੀਆਂ ਨੇ, ਹੋਰ ਅਨਾਜ ਹੈ, ਉਹ ਵੀ ਖਰਾਬ ਹੋ ਜਾਂਦਾ। ਸੋ ਦੋਹਰੀ ਮਾਰ ਪੈ ਰਹੀ ਹੈ ਇਸ ਵੇਲੇ ਕਿਸਾਨਾਂ ਦੇ ਉੱਤੇ। ਇੱਕ ਪਾਸੇ ਕਰੋਨਾ ਦਾ ਡਰ ਹੈ, ਕਰੋਨਾ ਦੀ ਮਹਾਮਾਰੀ ਹੈ ਔਰ ਦੂਸਰੇ ਪਾਸੇ ਮੌਸਮ ਲਗਾਤਾਰ ਵਿਗੜਦਾ ਹੈ। ਹਰ 2-4 ਦਿਨ ਬਾਅਦ, ਹਰ ਕੁਝ ਦਿਨਾਂ ਬਾਅਦ ਬਾਰਿਸ਼ ਜਿਹੜੀ ਹੈ ਉਹ ਸਾਹਮਣੇ ਆ ਜਾਂਦੀ ਹੈ। ਤੇ ਹੁਣ ਪੰਜਾਬ ਦੀ ਇਸ ਵੇਲੇ ਤਸਵੀਰ ਕੀ ਹੈ, ਪੰਜਾਬ ਦਾ ਆંકੜਾ ਕੀ ਹੈ, ਉਸ ਤੇ ਇੱਕ ਨਜ਼ਰ ਪਾਉਣੇ ਆ। ਅੱਜ 1100 ਤੋਂ ਪਾਰ ਪਹੁੰਚ ਗਿਆ ਕਰੋਨਾ ਦੇ ਜਿਹੜੇ ਮਾਮਲੇ ਨੇ ਪੰਜਾਬ ਦੇ ਵਿੱਚ ਔਰ ਪਹਿਲੀ ਵਾਰ ਹੋਇਆ ਇਹ ਜਦੋਂ ਤੋਂ ਪਿਛਲੇ ਦਿਨਾਂ ਦੇ ਵਿੱਚ ਕਰੋਨਾ ਦਾ ਪ੍ਰਕੋਪ ਵਧਿਆ। ਇਹ ਪਹਿਲੀ ਵਾਰ ਹੋਇਆ ਕਿ ਪਿਛਲੇ 24 ਘੰਟਿਆਂ ਦੇ ਵਿੱਚ 300 ਤੋਂ ਜ਼ਿਆਦਾ ਮਾਮਲੇ ਇੱਕ ਦਿਨ ਦੇ ਵਿੱਚ ਸਾਹਮਣੇ ਆਏ। ਹੁਣ 24 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਅੱਜ 300 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ। 600 ਤੋਂ ਵੱਧ ਜਿਹੜੇ ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂ ਸੀ ਉਹਨਾਂ ਦੇ ਵਿੱਚ ਕਰੋਨਾ ਪੋਜ਼ਿਟਿਵ ਪਾਇਆ ਗਿਆ। ਬਰਨਾਲਾ ਦੇ ਵਿੱਚ 15 ਕੇਸ ਸਾਹਮਣੇ ਆਏ। ਅੰਮ੍ਰਿਤਸਰ 'ਚ ਮਾਮਲੇ 200 ਤੋਂ ਟੱਪ ਚੁੱਕੇ ਨੇ ਔਰ ਕੁੱਲ ਆંકੜਾ ਜਿਹੜਾ ਹੈ ਉਹ 1100 ਤੋਂ ਪਾਰ ਹੋ ਗਿਆ, ਯਾਨੀ ਕਰੀਬ 60% ਤੋਂ ਜ਼ਿਆਦਾ ਕੇਸ ਪਿਛਲੇ 4 ਦਿਨਾਂ ਦੇ ਵਿੱਚ ਸਾਹਮਣੇ ਆਏ ਨੇ। 600 ਤੋਂ ਵੱਧ ਸ਼ਰਧਾਲੂ ਜਿਹੜੇ ਨੇ ਉਹ ਕਰੋਨਾ ਪੋਜ਼ਿਟਿਵ ਨੇ। ਨਵਾਂ ਸ਼ਹਿਰ ਦੇ ਵਿੱਚ ਅੱਜ 57 ਪੋਜ਼ਿਟਿਵ ਕੇਸ ਆਏ, ਹੁਸ਼ਿਆਰਪੁਰ ਦੇ ਵਿੱਚ 40, ਬਠਿੰਡਾ ਦੇ ਵਿੱਚ 33, ਮੁਕਤਸਰ ਦੇ ਵਿੱਚ 42 ਔਰ ਜ਼ਿਆਦਾਤਰ ਇਹ ਸ਼ਰਧਾਲੂ ਹੀ ਨੇ ਜਿਹੜੇ ਇਹਨਾਂ ਦੇ ਵਿੱਚ ਪੋਜ਼ਿਟਿਵ ਪਾਏ ਗਏ ਨੇ। ਤਰਨਤਾਰਨ ਤੋਂ 28 ਜਿਹੜੇ ਮਾਮਲੇ ਨੇ ਉਹ ਪੋਜ਼ਿਟਿਵ ਆਏ। ਅੰਮ੍ਰਿਤਸਰ ਦੇ ਵਿੱਚ ਅੱਜ 6 ਹੋਰ ਨਵੇਂ ਕੇਸ ਆਏ ਤੇ 200 ਤੋਂ ਆંકੜਾ ਪਾਰ ਹੋ ਗਿਆ। ਰੋਪੜ ਦੇ ਵਿੱਚ 9 ਸ਼ਰਧਾਲੂ ਜਿਹੜੇ ਨੇ ਉਹਨਾਂ ਦੀ ਰਿਪੋਰਟ ਪੋਜ਼ਿਟਿਵ ਪਾਈ ਗਈ ਹੈ। ਹੁਣ ਤੱਕ ਪੰਜਾਬ ਦੇ 21 ਜ਼ਿਲ੍ਹੇ ਐਸੇ ਹੋ ਗਏ ਨੇ, 22 ਦੇ ਵਿੱਚੋਂ 21 ਜ਼ਿਲ੍ਹੇ ਨੇ ਜਿੱਥੇ ਸ਼ਰਧਾਲੂਆਂ ਦੀ ਕਰੋਨਾ ਰਿਪੋਰਟ ਪੋਜ਼ਿਟਿਵ ਆਈ ਹੈ।
ਤੇ ਇਹਨਾਂ ਅੰਕੜਿਆਂ ਦੇ ਵਿੱਚ ਹੀ ਅੱਜ ਪੰਜਾਬ ਦੇ ਵਿੱਚ 4 ਹੋਰ ਅੰਕੜੇ ਜੁੜੇ ਔਰ ਉਹ 4 ਹੋਰ ਅੰਕੜੇ ਸੀ ਮੌਤਾਂ ਦੇ। 4 ਜਣਿਆਂ ਦੀ ਮੌਤ ਹੋਈ ਅੱਜ ਪੰਜਾਬ ਦੇ ਵਿੱਚ ਜਿਨ੍ਹਾਂ ਨੂੰ ਕਰੋਨਾ ਪੋਜ਼ਿਟਿਵ ਸੀ। ਇੱਕ ਅੰਮ੍ਰਿਤਸਰ ਦੇ ਸ਼ਖਸ ਨੇ PGI ਦੇ ਵਿੱਚ ਦਮ ਤੋੜਿਆ, ਇੱਕ ਲੁਧਿਆਣਾ ਦੀ ਮਹਿਲਾ ਸੀ ਉਸ ਦੀ ਮੌਤ ਹੋਈ, ਫਗਵਾੜਾ ਦਾ ਇੱਕ ਸ਼ਖਸ ਸੀ ਉਸ ਦੀ ਵੀ ਲੁਧਿਆਣਾ ਦੇ ਵਿੱਚ ਜਾਨ ਗਈ ਔਰ ਇੱਕ ਫਿਰੋਜ਼ਪੁਰ ਦਾ 40 ਸਾਲਾਂ ਦਾ ਸ਼ਖਸ ਸੀ ਉਸ ਦੀ ਵੀ ਮੌਤ ਹੋਈ। ਹਾਲਾਂਕਿ ਇਹਨਾਂ ਵਿਅਕਤੀਆਂ ਨੂੰ ਕਰੋਨਾ ਤੋਂ ਇਲਾਵਾ ਵੀ ਦੂਸਰੀਆਂ ਬਿਮਾਰੀਆਂ ਸਨ, ਕਿਸੇ ਨੂੰ ਹਾਰਟ ਪ੍ਰੋਬਲਮ ਸੀ, ਕਿਸੇ ਨੂੰ ਬਲੱਡ ਪ੍ਰੈਸ਼ਰ ਸੀ, ਇਸ ਤਰੀਕੇ ਦੀਆਂ ਬਿਮਾਰੀਆਂ ਤੋਂ ਪੀੜਿਤ ਸਨ ਇਹ ਲੋਕ। ਪਰ ਅੱਜ ਇਹਨਾਂ 4 ਦੀ ਮੌਤ ਤੋਂ ਬਾਅਦ ਪੰਜਾਬ ਦੇ ਵਿੱਚ ਹੁਣ ਤੱਕ ਮੌਤਾਂ ਦਾ ਅੰਕੜਾ 24 ਤੇ ਪਹੁੰਚ ਗਿਆ। ਤੇ ਹਜ਼ੂਰ ਸਾਹਿਬ ਤੋਂ ਜਿਹੜੇ ਸ਼ਰਧਾਲੂ ਪਰਤੇ ਨੇ ਉਹਨਾਂ ਦੀ ਰਿਪੋਰਟ ਕਰੋਨਾ ਪੋਜ਼ਿਟਿਵ ਆਉਣ ਨਾਲ ਹੁਣ ਵਿਰੋਧੀ ਲਗਾਤਾਰ ਸੂਬਾ ਸਰਕਾਰ ਨੂੰ ਘੇਰਨ ਲੱਗ ਗਏ ਨੇ। ਉੱਥੇ ਹੀ ਇਸ ਮੁੱਦੇ ਤੇ ਪੰਜਾਬ ਤੇ ਮਹਾਰਾਸ਼ਟਰ ਸਰਕਾਰ ਦੇ ਵਿਚਾਲੇ ਵੀ ਸ਼ਬਦੀ ਜੰਗ ਚੱਲ ਰਹੀ ਹੈ। ਇਸ ਰਿਪੋर्ट ਦੇ ਜ਼ਰੀਏ ਦਿਖਾਉਂਦੇ ਹਾਂ। चीनी कातिल कोरोना कारण सियासी माहौल गर्म है। पंजाब और महाराष्ट्र सरकारां आमो सामने ने। नांदेड़ साहिब तो परते कई श्रद्धालु कोरोना पॉजिटिव निकले ने और सरकार की चिंता बढ़ गई है कि श्रद्धालुओं च कोरोना पहुंचा तो पहुंचा किवें। पंजाब सरकार ने महाराष्ट्र सरकार से इल्जाम लगाए ने। कैबिनेट मंत्री सुखजिंदर रंधावा मुताबक महाराष्ट्र सरकार ने दावा किया सी कि सारे श्रद्धालुओं के टेस्ट हो गए ने और सारे ठीक ने, पर जे इन्हां दे टेस्ट होए सन तां पंजाब आउण तो बाद यह कोरोना पॉजिटिव किवें हो गए। जो संगत का जां उत्थे सीगा उन्हां ते आखिया जल्दी जल्दी बसां और ना उन्होंने ਉਹਦੇ 'ਚ 2 दिन ਟੈਸਟ ਲਈ 2 दिन ਫਿਰ ਉੱਥੇ ਰਹਿਣਾ ਪੈਂਦਾ ਸੀ। ਤਾਂ ਉਹਨਾਂ ਨੇ ਜਦੋਂ ਆਖਿਆ ਉੱਥੇ ਜਿਹੜੇ ਨੇ ਉਹਨਾਂ ਆਖਿਆ ਕਿ ਇਹਨਾਂ ਦੇ ਟੈਸਟ ਕੀਤੇ ਨੇ ਤੇ ਇਹਨਾਂ ਦੇ ਜਿਹੜੇ ਟੈਸਟ ਨੇ ਉਹ ਠੀਕ ਨੇ, ਇੰਨੇ ਮਹੀਨੇ ਤੋਂ ਨੇ, ਇਹਨਾਂ ਨੂੰ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਤੇ ਇਸ ਕਰਕੇ ਇਹਨਾਂ ਨੂੰ ਜਲਦੀ ਲੈ ਕੇ ਜਾਣਾ ਚਾਹੀਦਾ। ਪਰ ਉੱਥੇ ਵੀ ਜੇ ਆਪਾਂ ਇਹ ਕਰੀਏ ਕਿ ਜੀ ਤੁਹਾਨੂੰ 4 ਦਿਨ ਇੱਥੇ ਪਹਿਲਾਂ ਟੈਸਟ ਕਰਾਂਗੇ ਤੇ ਸੰਗਤ ਦੇ ਵਿੱਚ ਰੋਸ ਤੇ ਆਉਂਦਾ ਹੀ ਆ। महाराष्ट्र की कांग्रेस सरकार भी हरकत च आई और पलटवार किया है। सूबे के कैबिनेट मंत्री अशोक चौहान ने पंजाब सरकार ते निशाने साधे ने। श्रद्धालुओं के कोरोना पॉजिटिव होने का ठीकरा पंजाब सरकार ते भन्निया है और कहा है कि पंजाब तो गए बस ड्राइवरों कारण ही श्रद्धालुओं च कोरोना फैलिया है। जो लोग उनको छोड़ने गए थे, इन यात्रियों को जब वहाँ से तकरीबन 78 गाड़ियाँ नांदेड़ शहर में आई बसेस उनको लेने के लिए, यहाँ के लोग वहाँ चले गए। रास्ते में मध्य प्रदेश राजस्थान से होते हुए वो पंजाब तक पहुँचे और जब रास्ते में वो 2-3 जगह रुककर, स्वाभाविक है रास्ता लंबा था इसलिए बीच में रुककर कहीं वॉशरूम जाना था, कहीं पर खाना खाना था, कहीं पर चाय पीनी थी, इसलिए 2-3 जगह रुक कर वो वहाँ पर चले गए। इसका परिणाम हम आप देखेंगे कि जो ड्राइवर्स उनको छोड़ने जाकर गए, जब वो वापस आए और वापस आने के बाद में ये वो कोरोनाग्रस्त पॉजिटिव पाए गए। तो एक आप समझ सकते हैं कि जो लोग वापस आने के बाद में उनके ऊपर पॉजिटिव सिम्टम्स नजर आए, जाते वक्त तो कुछ था ही नहीं। इस मामले च अकाली दल ने भी दखल दिता और पंजाब सरकार नूं घेरिया है। अकाली दल मुताबक सूबा सरकार नूं ही श्रद्धालुओं की सुरक्षा के पुख्ता प्रबंध करने चाहिए सन, क्योंकि श्रद्धालु पंजाब दे ही सन जो हजूर साहिब मत्था टेकन गए सी। इस पूरे मामले च सवाल तो उठ रहे ने क्योंकि लापरवाही तो हुई है, भावें पंजाब सरकार तो हुई होवे या भावें महाराष्ट्र सरकार तो। पर यह समा हुण सियासत करन दा नहीं बल्कि फैल रहे अणदेखे कातल कोरोना नूं रोकण दा है। ब्यूरो रिपोर्ट न्यूज़ 18। ਤੇ ਨੰਦੇੜ ਤੋਂ ਪਰਤੇ ਸ਼ਰਧਾਲੂ ਜਿਹੜੇ ਕੁਆਰੰਟੀਨ ਸੈਂਟਰਾਂ ਤੇ ਲਗਾਤਾਰ ਸਵਾਲ ਚੁੱਕ ਰਹੇ ਨੇ। ਕਪੂਰਥਲਾ 'ਚ ਤਾਂ ਇਹਨਾਂ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਨੂੰ ਹੋਣਾ ਪਿਆ, ਜੋ ਕਿ ਇਹਨਾਂ ਦਾ ਹਾਲ ਚਾਲ ਪੁੱਛਣ ਪਹੁੰਚੇ ਸਨ। ਨੰਦੇੜ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਨੂੰ ਕੁਆਰੰਟੀਨ ਕੀਤਾ ਗਿਆ ਤੇ ਇੱਥੇ ਸਹੂਲਤਾਂ ਕਿੰਨੀਆਂ ਕੁ ਵਧੀਆ ਨੇ ਇਹ ਦੱਸਣ ਦੀ ਲੋੜ ਨਹੀਂ ਹੈ। ਰੋਜ਼ ਹੋ ਰਹੇ ਪ੍ਰਦਰਸ਼ਨ ਇਸ ਗੱਲ ਦੀ ਗਵਾਹੀ ਭਰਦੇ ਨੇ। ਹੰਗਾਮੇ ਦੀਆਂ ਇਹ ਤਸਵੀਰਾਂ ਕਪੂਰਥਲਾ ਦੀਆਂ ਨੇ, ਜਿੱਥੇ ਬਣੇ ਕੁਆਰੰਟੀਨ ਸੈਂਟਰ ਦੇ ਵਿੱਚ ਨਾ ਤਾਂ ਕੋਈ ਸਹੂਲਤ ਹੈ ਤੇ ਨਾ ਹੀ ਕੋਈ ਰਾਹਤ। ਸ਼ਰਧਾਲੂਆਂ ਦਾ ਗੁੱਸਾ 7ਵੇਂ ਅਸਮਾਨ ਤੇ ਹੈ ਅਤੇ ਇਸੇ ਗੁੱਸੇ ਦਾ ਸ਼ਿਕਾਰ ਹੋਏ ਵਿਧਾਇਕ ਰਾਣਾ ਗੁਰਜੀਤ ਸਿੰਘ।
ਜੋ ਸ਼ਰਧਾਲੂਆਂ ਦਾ ਹਾਲ ਚਾਲ ਪੁੱਛਣ ਦੇ ਲਈ ਪਹੁੰਚੇ ਸਨ, ਪਰ ਸਹੂਲਤਾਂ ਨਾ ਮਿਲਣ ਦੇ ਕਾਰਨ ਸ਼ਰਧਾਲੂ ਭੜਕ ਗਏ। ਮਾੜੇ ਪ੍ਰਬੰਧਾਂ ਦੇ ਲਈ ਰਾਣਾ ਗੁਰਜੀਤ ਨੇ ਸ਼ਰਧਾਲੂਆਂ ਦੇ ਕੋਲੋਂ ਖੁਦ ਮਾਫੀ ਮੰਗੀ। ਤੇ ਸੰਗਤ ਪਹਿਲਾਂ ਤਾਂ ਮੈਂ ਸੰਤ ਬਾਬਾ ਬਲਵਿੰਦਰ ਸਿੰਘ, ਸੰਤ ਬਾਬਾ ਨਰਿੰਦਰ ਸਿੰਘ, ਉਹਨਾਂ ਦੋਨਾਂ ਤੋਂ ਮਾਫੀ ਮੰਗਦਾ ਕਿ ਉਹਨਾਂ ਦੀ ਸੰਗਤ ਮੇਰੇ ਹੁੰਦੇ ਹੋਏ, ਹਾਲਾਂਕਿ ਮੈਂ ਗੇੜੇ ਵੀ 2 ਰੋਜ਼ ਮਾਰੇ, ਉਹਦੇ ਬਾਵਜੂਦ ਮਾੜੇ ਹਾਲਾਤਾਂ 'ਚ ਰਹੀ, ਉਹਦੀ ਮਾਫੀ ਮੰਗੂਗਾ। ਮੇਰੀ ਆਤਮਾ ਦੁਖੀ ਆ ਕਿ ਮੇਰੇ ਕਪੂਰਥਲੇ 'ਚ ਲੋਕ ਹੋਣ, ਲੋਕ ਕਹਿੰਦੇ 45 ਆ 45, ਉਹ ਯਾਰੋ ਮੇਰਾ ਜ਼ਿਲ੍ਹਾ 45 ਬੰਦਾ ਨਹੀਂ ਸਾਂਭ ਸਕਦਾ, ਤਾਂ ਮੈਨੂੰ ਐਮਐਲਏ ਰਹਿਣ ਦਾ ਕੋਈ ਹੱਕ ਨਹੀਂ। ਕਪੂਰਥਲਾ ਦੇ ਰਣਧੀਰ ਸਕੂਲ ਦੇ ਵਿੱਚ ਕੁਆਰੰਟੀਨ ਸੈਂਟਰ ਬਣਾਇਆ ਗਿਆ। ਰਾਣਾ ਗੁਰਜੀਤ ਨੇ ਖੁਦ ਜਾ ਕੇ ਮਾੜੇ ਪ੍ਰਬੰਧ ਦੇਖੇ ਅਤੇ ਮਾੜੇ ਪ੍ਰਬੰਧਾਂ ਦੇ ਲਈ ਪ੍ਰਸ਼ਾਸਨ ਨੂੰ ਝਾੜ ਵੀ ਪਾਈ। 2-3 ਦਿਨ ਮੈਂ ਦੇਖਦਾ ਰਿਹਾ, ਟਾਇਲਟ ਦੇ ਪ੍ਰਬੰਧ ਠੀਕ ਨਹੀਂ, ਪੀਣ ਵਾਲਾ ਪਾਣੀ ਪਤਾ ਨਹੀਂ ਟੈਂਕੀ ਕਦੋਂ ਸਾਫ਼ ਹੋਈ ਸੀ ਕਦੋਂ ਨਹੀਂ ਹੋਈ ਸੀ। ਟੈਂਕਾਂ ਨਾਲ ਅਸੀਂ ਪਾਣੀ ਪਿਆ ਰਹੇ, ਖੁਦ ਮੈਂ ਬੋਤਲ ਦਾ ਪਾਣੀ ਪੀਣਾ। ਸਾਫ਼ ਸੁਥਰਾ ਪਾਣੀ ਮਿਲਣਾ ਚਾਹੀਦਾ। ਇਹਨਾਂ ਦਾ ਟ੍ਰੀਟਮੈਂਟ ਠੀਕ ਨਹੀਂ ਹੋਇਆ, ਔਰ ਮੇਰੇ ਕਪੂਰਥਲੇ 'ਚ ਨਹੀਂ ਹੋਇਆ। ਹੁਣ ਇਹਨਾਂ ਨੂੰ ਪੀਟੀਯੂ 'ਚ ਲਿਜਾਊਂ, ਕੱਲੇ ਨੂੰ ਕਮਰਾ ਦਵਾਊਂ। ਸਿਹਤ ਵਿਭਾਗ ਕਰੋਨਾ ਦੇ ਖਿਲਾਫ ਲੜਨ ਦੇ ਮਜ਼ਬੂਤ ਦਾਅਵੇ ਕਰ ਰਿਹਾ ਹੈ, ਪਰ ਕੁਆਰੰਟੀਨ ਸੈਂਟਰਾਂ ਦੇ ਵਿੱਚ ਇਹਨਾਂ ਦਾਅਵਿਆਂ ਦੀ ਪੋਲ ਖੁੱਲਦੀ ਨਜ਼ਰ ਆ ਰਹੀ ਹੈ। ਸਹੂਲਤਾਂ ਨਾ ਮਿਲਣ ਦੇ ਕਾਰਨ ਕੁਆਰੰਟੀਨ ਕੀਤੇ ਗਏ ਲੋਕ ਰੋਸ ਜਤਾ ਰਹੇ ਨੇ ਅਤੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਕਪੂਰਥਲਾ ਤੋਂ ਜਗਜੀਤ ਤੰਜੂ, ਨਿਊਜ਼ 18। ਤੇ ਨਿਊਜ਼ 18 ਦੀ ਖਬਰ ਦਾ ਇੱਕ ਵਾਰ ਫਿਰ ਵੱਡਾ ਅਸਰ ਹੋਇਆ ਹੈ। ਨਿਊਜ਼ 18 ਤੇ ਖਬਰ ਨਸ਼ਰ ਹੋਣ ਤੋਂ ਬਾਅਦ ਮੁੱਖ ਮੰਤਰੀ ਨੇ ਤੁਰੰਤ ਅੰਮ੍ਰਿਤਸਰ ਦੀ ਮਹਿਲਾ ਡਾਕਟਰ ਨੂੰ ਫੋਨ ਕੀਤਾ, ਜਿਸ ਨੇ ਸਿਹਤ ਵਿਭਾਗ ਤੇ ਗੰਭੀਰ ਇਲਜ਼ਾਮ ਲਾਏ ਸਨ, ਤੇ ਹੁਣ ਮੁੱਖ ਮੰਤਰੀ ਨੇ ਡਾਕਟਰ ਨੂੰ ਇਸ ਮਾਮਲੇ 'ਚ ਕਾਰਵਾਈ ਦਾ ਭਰੋਸਾ ਵੀ ਦਿੱਤਾ ਹੈ। मेरी तबीयत खराब होगी, टीटी पैनी थी, जो कि बहुत ही घटिया क्वालिटी की थी। ਅੰਮ੍ਰਿਤਸਰ ਦੀ ਮਾਈਕਰੋਬਾਇਓਲੋਜਿਸਟ ਬੇਬਿਕਾ ਮਹਿੰਦਰਾ ਨੇ ਸਿਹਤ ਵਿਭਾਗ ਉੱਤੇ ਜੋ ਗੰਭੀਰ ਇਲਜ਼ਾਮ ਲਾਏ, ਉਸ ਨਾਲ ਕਈ ਸਵਾਲ ਖੜੇ ਹੋਣੇ ਲਾਜ਼ਮੀ ਨੇ, ਕਿਉਂਕਿ ਜੋ ਡਾਕਟਰ 1.5 ਮਹੀਨੇ ਤੋਂ ਦਿਨ ਰਾਤ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਹੋਰਨਾਂ ਦੀ ਜਾਨ ਬਚਾਉਣ 'ਚ ਲੱਗੇ ਨੇ, ਉਹਨਾਂ ਨੂੰ ਸਿਹਤ ਵਿਭਾਗ ਸਹੂਲਤਾਂ ਕਿਉਂ ਨਹੀਂ ਦੇ ਰਿਹਾ। ਨਿਊਜ਼ 18 ਦੇ ਜ਼ਰੀਏ ਬੇਬਿਕਾ ਮਹਿੰਦਰਾ ਨੇ ਸਿਹਤ ਵਿਭਾਗ ਦੇ ਅਫਸਰਾਂ ਉੱਤੇ ਇਲਜ਼ਾਮ ਲਾਏ, ਤਾਂ ਇਸ ਖਬਰ ਦਾ ਅਸਰ ਮੁੱਖ ਮੰਤਰੀ ਦਫ਼ਤਰ ਤੱਕ ਵਿਖਾਈ ਦਿੱਤਾ। ਨਿਊਜ਼ 18 ਉੱਤੇ ਖਬਰ ਨਸ਼ਰ ਹੁੰਦਿਆਂ ਹੀ ਖੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਡਾਕਟਰ ਬੇਬਿਕਾ ਦੇ ਨਾਲ ਫੋਨ ਉੱਤੇ ਗੱਲਬਾਤ ਕੀਤੀ ਗਈ। ਉਹਨਾਂ ਦਾ ਹਾਲ ਚਾਲ ਜਾਣਿਆ। ਇੰਨਾ ਹੀ ਨਹੀਂ, ਮੁੱਖ ਮੰਤਰੀ ਦੇ ਵੱਲੋਂ ਡਾਕਟਰ ਬੇਬਿਕਾ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਤਾਰੀਫ ਵੀ ਕੀਤੀ ਗਈ ਤੇ ਉਹਨਾਂ ਨੂੰ ਆਪਣੀ ਸਿਹਤ ਦਾ ਖਿਆਲ ਰੱਖਣ ਤੇ ਆਰਾਮ ਕਰਨ ਦੀ ਸਲਾਹ ਦਿੱਤੀ ਗਈ। और कल रिस्पेक्टेड सीएम अमरिंदर सर से मेरी बात हुई, वीडियो कॉल हुई, कम से कम 15 मिनट जी। तो उन्होंने मेरा हाल चाल पूछा, मेरे साथ एक बेटी की तरह व्यवहार किया और उन्होंने बहुत मुझे प्रोत्साहन दिया, मेरे काम की बहुत प्रेज की, मुझे मोटिवेट किया और उन्होंने मुझे सारा मेरा जाना क्या हुआ था आपके साथ और क्या सब कुछ, मतलब क्या प्रॉब्लम्स आ रही हैं आपको, मैंने उनको फिर सारा एक्सप्लेन किया। और मुझे कैप्टन सरकार से कोई कंप्लेंट नहीं है, कोई शिकायत नहीं है, वो बहुत अच्छा काम कर रहे हैं। उनका डिपार्टमेंट, उनका हेल्थ डिपार्टमेंट बहुत सामान बेच रहे हैं। मुझे अगर शिकायत है तो डिस्ट्रिक्ट लेवल पे है। ਕਰੀਬ 20 ਮਿੰਟ ਦੀ ਇਸ ਗੱਲਬਾਤ ਦੌਰਾਨ ਮੁੱਖ ਮੰਤਰੀ ਵੱਲੋਂ ਡਾਕਟਰ ਬੇਬਿਕਾ ਤੋਂ ਸਿਹਤ ਵਿਭਾਗ ਸੰਬੰਧੀ ਸ਼ਿਕਾਇਤ ਦੀ ਪੂਰੀ ਜਾਣਕਾਰੀ ਲਈ ਗਈ ਤੇ ਨਾਲ ਹੀ ਮੁੱਖ ਮੰਤਰੀ ਦੇ ਵੱਲੋਂ ਮਾਮਲੇ 'ਚ ਕਾਰਵਾਈ ਦਾ ਭਰੋਸਾ ਵੀ ਦਿੱਤਾ ਗਿਆ। हमारे सिविल सर्जन ऑफिस लेवल पे, जहाँ पे हमें सामान पूरा मिलता नहीं है, हमें बहुत बैडली हमारे साथ ट्रीट होता है और एक डॉक्टर की तरह बिहेव नहीं कर रहा। तो मैंने ये सब बातें कैप्टन इंस्पेक्टर अमरिंदर सर जी को बताई, तो उन्होंने मुझे श्योर करवाया कि आपके साथ और आपके सभी डॉक्टर्स के साथ कोई इनजस्टिस नहीं होगा, क्योंकि आप हमारे रियल सोल्जर्स हो, आप इस वॉर में काम कर रहे हो। ਮੁੱਖ ਮੰਤਰੀ ਨਾਲ ਗੱਲਬਾਤ ਤੋਂ ਬਾਅਦ ਡਾਕਟਰ ਬੇਬਿਕਾ ਸੰਤੁਸ਼ਟ ਨਜ਼ਰ ਆਏ। ਡਾਕਟਰ ਬੇਬਿਕਾ ਦੇ ਮੁਤਾਬਕ ਉਹਨਾਂ ਨੂੰ ਸਰਕਾਰ ਤੋਂ ਕੋਈ ਸ਼ਿਕਾਇਤ ਨਹੀਂ, ਬਲਕਿ ਉਹਨਾਂ ਜ਼ਿਲ੍ਹਾ ਸਿਹਤ ਵਿਭਾਗ ਉੱਤੇ ਸਵਾਲ ਚੁੱਕੇ ਸਨ।
ਦੱਸਦੀ ਕਿ ਨਿਊਜ਼ 18 ਦੇ ਜ਼ਰੀਏ ਡਾਕਟਰ ਬੇਬੀਕਾ ਨੇ ਸਿਹਤ ਵਿਭਾਗ ਦੇ ਵੱਲੋਂ ਡਾਕਟਰਾਂ ਨੂੰ ਘਟੀਆ ਤੇ ਫਟੀਆਂ ਪੀਪੀ ਕਿੱਟਾਂ ਦੇਣ ਦੇ ਇਲਜ਼ਾਮ ਲਾਏ ਸਨ ਤੇ ਉਹ ਬੀਤੇ ਦਿਨੀ ਅੰਮ੍ਰਿਤਸਰ 'ਚ ਸ਼ਰਧਾਲੂਆਂ ਦੀ ਜਾਂਚ ਦੌਰਾਨ ਬੇਹੋਸ਼ ਹੋ ਗਏ ਸਨ। ਅੰਮ੍ਰਿਤਸਰ ਤੋਂ ਰਾਜੀਵ ਸ਼ਰਮਾ, ਨਿਊਜ਼ 18। ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦਾ ਵੇਲਾ ਹੈ, ਜਲਦ ਵਾਪਸ ਆਉਂਦੇ ਹਾਂ। ਤੇ ਕਰੋਨਾ ਖਿਲਾਫ ਫਰੰਟ ਫੁੱਟ ਤੇ ਲੜ ਰਹੇ ਵਾਰੀਅਰਸ ਨੂੰ ਅੱਜ ਭਾਰਤੀ ਫੌਜ ਨੇ ਸਲਾਮ ਕੀਤਾ ਤੇ ਇਸੇ ਕੜੀ 'ਚ ਭਾਰਤੀ ਨੇਵੀ ਦਾ ਕੋਚੀ ਸਥਿਤ ਐਂਕਰੇਜ ਰੌਸ਼ਨੀ ਨਾਲ ਜਗਮਗਾ ਉੱਠਿਆ। ਨੇਵੀ ਨੇ ਕੋਚੀ 'ਚ ਐਰਨਾਕੁਲਮ ਚੈਨਲ ਨੂੰ ਰੌਸ਼ਨੀ ਨਾਲ ਸਰਾਬੋਰ ਕਰ ਕਰੋਨਾ ਵਾਰੀਅਰਸ ਨੂੰ ਸਲਾਮ ਕੀਤਾ। ਦੇਸ਼ ਦੀਆਂ ਤਿੰਨੇ ਸੈਨਾਵਾਂ ਨੇ ਅੱਜ ਦੇਸ਼ ਭਰ 'ਚ ਕਰੋਨਾ ਵਾਰੀਅਰਸ ਨੂੰ ਸੈਲੂਟ ਕੀਤਾ। ਕਰੋਨਾ ਵਾਰੀਅਰਸ ਦੀ ਹੌਸਲਾ ਅਫਜ਼ਾਈ ਕੀਤੀ। ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਯੋਧਿਆਂ ਨੂੰ ਸਲਾਮ ਕੀਤਾ ਗਿਆ। ਕਿਤੇ ਅਸਮਾਨ ਤੋਂ ਫੁੱਲਾਂ ਦੀ ਵਰਖਾ ਹੋਈ, ਕਿਤੇ ਬੈਂਡ ਦੀਆਂ ਧੁਨਾਂ ਨਾਲ ਡਾਕਟਰ ਤੇ ਪੈਰਾਮੈਡੀਕਲ ਸਟਾਫ 'ਚ ਜੋਸ਼ ਭਰਿਆ ਗਿਆ, ਕਿਤੇ ਤਾੜੀਆਂ ਮਾਰ ਕੇ ਇਹਨਾਂ ਯੋਧਿਆਂ ਦਾ ਸਨਮਾਨ ਕੀਤਾ ਗਿਆ। ਤਸਵੀਰਾਂ ਵੱਖ-ਵੱਖ ਥਾਵਾਂ ਦੀਆਂ ਅਸੀਂ ਦਿਖਾ ਰਹੇ ਹਾਂ। ਫੁੱਲਾਂ ਦੀ ਵਰਖਾ ਅਸਮਾਨ ਤੋਂ ਹੈਲੀਕਾਪਟਰ ਦੇ ਜ਼ਰੀਏ ਕੀਤੀ ਗਈ। ਜ਼ਮੀਨ ਫੁੱਲਾਂ ਨਾਲ ਭਰੀ ਨਜ਼ਰ ਆਈ ਚਾਰੇ ਪਾਸੇ। फौजी बैंड नाल सन्मान किया गया, हौसला अफजाई की गई। ताड़ियां मार के जेडे करोना वॉरियर्स से डॉक्टर्स, पैरामैडिकल स्टाफ, पुलिस प्रशासन उन्हों का हौसला बढ़ाया। ਇਹ ਤਸਵੀਰਾਂ ਦੇਸ਼ ਯਾਦ ਰੱਖੇਗਾ। ਇਹਨਾਂ ਤਸਵੀਰਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕੇਗਾ। ਕੋਰੋਨਾ ਯੋਧਿਆਂ ਦਾ ਫੌਜ ਸਲਾਮ ਕਰ ਰਹੀ ਹੈ। ਦੇਸ਼ ਦੇ तमाम ਕੋਰੋਨਾ ਹਸਪਤਾਲ ਤੇ ਹਵਾਈ ਫੌਜ ਨੇ ਫੁੱਲ ਵਰਾਏ। ਫੌਜ ਦੇ ਬੈਂਡ ਨੇ ਕੋਰੋਨਾ ਯੋਧਿਆਂ ਨੂੰ ਸਲਾਮ ਕੀਤਾ। ਭਾਰਤੀ ਫੌਜ ਦੀ ਬੈਂਡ ਨੇ ਪੰਚਕੂਲਾ ਦੇ ਸਰਕਾਰੀ ਹਸਪਤਾਲ ਦੇ ਬਾਹਰ ਕੋਰੋਨਾ ਦੇ ਖਿਲਾਫ ਲੜ ਰਹੇ ਯੋਧਿਆਂ ਦੇ ਪ੍ਰਤੀ ਸਨਮਾਨ ਪ੍ਰਗਟ ਕਰਦੇ ਹੋਏ ਧੁਨ ਵਜਾਈ। ਚੰਡੀਗੜ੍ਹ ਪੀਜੀਆਈ ਅਤੇ ਸੈਕਟਰ 32 ਮੈਡੀਕਲ ਕਾਲਜ ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ ਫੌਜ ਨੇ ਵਿਸ਼ੇਸ਼ ਧੁਨ ਵਜਾਈ ਅਤੇ ਕੋਰੋਨਾ ਯੋਧਿਆਂ ਨੂੰ ਤੋਹਫੇ ਦੇ ਕੇ ਸਨਮਾਨਿਤ ਕੀਤਾ। ਉਧਰ ਜਲੰਧਰ 'ਚ ਵੀ ਕੋਰੋਨਾ ਹਸਪਤਾਲ ਤੇ ਫੁੱਲ ਵਰਾ ਕੇ ਕੋਰੋਨਾ ਵਾਰੀਅਰਸ ਨੂੰ ਸਨਮਾਨਿਤ ਕੀਤਾ ਗਿਆ। ਫੌਜ ਦੇ ਤਿੰਨਾਂ ਅੰਗਾਂ ਨੇ ਕੋਰੋਨਾ ਨੂੰ ਸ਼ਿਕਸਤ ਦੇਣ 'ਚ ਜੁਟੇ ਹਜ਼ਾਰਾਂ ਡਾਕਟਰਸ, ਨਰਸਾਂ ਅਤੇ ਮੈਡੀਕਲ ਸਟਾਫ ਸਣੇ ਸਫਾਈ ਮੁਲਾਜ਼ਮਾਂ ਅਤੇ ਹੋਰਨਾਂ ਫਰੰਟਲਾਈਨ ਯੋਧਿਆਂ ਦਾ ਧੰਨਵਾਦ ਕੀਤਾ ਅਤੇ ਕੋਰੋਨਾ ਵਾਰੀਅਰਸ ਤੇ ਫੁੱਲਾਂ ਦੀ ਵਰਖਾ ਕੀਤੀ। ਇਹ ਅਨਮੋਲ ਨਜ਼ਾਰਾ ਪੂਰੇ ਹਿੰਦੁਸਤਾਨ 'ਚ ਉੱਤਰ ਤੋਂ ਦੱਖਣ ਤੱਕ ਅਤੇ ਪੂਰਬ ਤੋਂ ਪੱਛਮ ਤੱਕ ਦੇਖਣ ਨੂੰ ਮਿਲਿਆ। ਦਿੱਲੀ ਦੇ ਪੁਲਿਸ ਵਾਰ ਮੈਮੋਰੀਅਲ 'ਚ ਸਲਾਮੀ ਦਿੰਦੇ ਹੋਏ ਇਸ ਸਮਾਗਮ ਦੀ ਸ਼ੁਰੂਆਤ ਹੋਈ।
ਰਾਜਧਾਨੀ ਸਥਿਤ ਏਮਜ਼ ਅਤੇ ਸਫਦਰਜੰਗ ਹਸਪਤਾਲ ਤੇ ਫੌਜ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ। ਸਿਹਤ ਮੁਲਾਜ਼ਮਾਂ ਦੇ ਸਨਮਾਨ 'ਚ ਫੌਜ ਦਾ ਇਹ ਯੋਗਦਾਨ ਉਹਨਾਂ ਦੇ ਜਜ਼ਬੇ ਨੂੰ ਤਾਕਤ ਦੇਣ ਵਾਲਾ ਹੈ। ਬਿਊਰੋ ਰਿਪੋਰਟ, ਨਿਊਜ਼ 18। कोरोना वायरस की भयानक बीमारी के फैलाव को रोकने के लिए सेहत विभाग के माहिरों के अनुसार एसी बसां या एसी गड्डियां का सफर न करने की सलाह साफ तौर पर दी गई है। यह भी कहा गया है कि एसी व्हीकलों में कोरोना वायरस की भयानक बीमारी का वध फैलाव हो सकता है, इसलिए एसी व्हीकलों की वरतों न की जाए। फिर भी सरकार ने उन्होंने नियमों की पालना क्यों नहीं की? हजूर साहब तो श्रद्धालुओं को लियाउण दे लई एसी बसां ही क्यों भेजियां गईयां? यह सवाल अज हर श्रद्धालु और हर पंजाब हितैषी के मन को थोड़ा ज्यादा खा रहा है। सेहत सहूलतां दे लई काम करने वाले माहिरां दा साफ तौर पर कहना है कि आखिर सरकार ने इस ध्यान विच क्यों नहीं आया कि हजूर साहब तो बठिंडा और पंजाब के वख-वख जिलों का सफर बहुत लंबा है, इसलिए एसी बसां खतरनाक साबित हो सकती हैं, परंतु हजूर साहब तो सारे श्रद्धालु एसी बसां राही ही पंजाब परते ने। एसी बसां करके ही कोरोना वायरस की भयानक बीमारी का फैलाव बढ़ चुका है, जिसके कारण वड्डी गिनती श्रद्धालुओं का नुकसान होया है। हर जिले दे विच श्रद्धालुओं दी रिपोर्टां पॉजिटिव आ रही ने। किस जिले तो कितने श्रद्धालु पॉजिटिव आए ने, यह भी रिपोर्ट दिखावांगे। पर एक सवाल होर जहन च कौंध रहा है कि महाराष्ट्र सरकार ने पंजाब भेजण तो पहला श्रद्धालुओं का टेस्ट कीता सी, ते जे कीता सी ते फिर उस वेले इन्हां दी रिपोर्टां नेगेटिव सी, तो फिर की रस्ते च ये लोग पॉजिटिव हो गए या मुद्दा कुछ होर है? मुद्दा बेशक कुछ होर होवे, पर हकीकत यह है कि पूरे पंजाब च कोरोना ने कहर मचा रखा है और इस दे नाल सियासत ने भी थां हुण जरूर ले ली है। श्री हजूर साहब तो परते यात्रियों का भी साफ तौर पर कहना सी कि उन्होंने अपने पत्थर से भी सिविल हस्पताल में टेस्ट करवाए और रिपोर्टां नेगेटिव आईयां। फिर अजिहे की हालात बने कि पंजाब पहुंचते ही सारे श्रद्धालुओं की रिपोर्टां पॉजिटिव आ रही ने। सो सवाल यह भी उठता है कि इस विच कोई वड्डी साजिश है जो सिखां नूं जमातियां की तरफ बदनाम करने की कोशिश की जा रही है, या मुद्दा कुछ होर है? पंजाब के मुख्यमंत्री इस मुद्दे नूं लैके बेहद गंभीर ने और हर संभव कोशिशों के लिए इंतजाम कर रहे हैं। चलो आओ हुण तुहानूं लैके चलदे हां उस स्थिति ते जिस वेले श्रद्धालुओं नूं वापस पंजाब परताउण दे लई सियासत हो रही सी, यानी कि सियासत उदों भी हुई ते सियासत हुण भी हो रही है। कर्फ्यू लगन तो बाद हजूर साहब च फसे सिख संगतां ने केंद्रीय मंत्री हरसिमरत कौर बादल, जलालाबाद तो सांसद सुखबीर सिंह बादल समेत पंजाब सरकार नूं गुहार लगाई सी। पंजाब के मुख्यमंत्री ने भी श्रद्धालुओं नूं वापस लियाउण दे लई केंद्र दे नाल राबता कायम कीता सी, इजाजत मंगी सी अते इह वचनबद्धता दोहराई सी कि इस काम दे लई लोड़ींदे कदम पंजाब सरकार जरूर चुकेगी। की कदम चुके जा रहे ने सब दे सामने है। बहरहाल उस दौरान यह सियासत हो रही सी कि पंजाब के लोगों को वापस लिया जाए, क्यों नहीं लिया जा रहा? दिल्ली गुरुद्वारा प्रबंधक कमेटी ने भी पंजाब सरकार को आड़े हथ लिया सी ते पंजाब च सियासत वखरी हुई सी। श्री अकाल तख्त साहब के जत्थेदार के बयान तो बाद सुखजिंदर सिंह रंधावा भी सामने आए और कहा सी कि पंजाब तो भेजे गए डॉक्टर जो श्री हजूर साहब गए सन तो उन्होंने डॉक्टरों ने भी श्रद्धालुओं का टैंपरेचर देखा सी जो नॉर्मल सी। बहुत वड्डे जिहड़े है ये सवाल जिहड़े है साडे अंदर खड़े कर रहे हैं कि इस तरह क्यों हो रहा है। जिवें तबलीगियां जिहड़ा हैगा दे नाम दे उत्ते पूरे मुसलमान समाज नूं जिहड़ा है वो बदनाम करन दी जिहड़ी है एक होड़ चली सी ते अज जिहड़ा असीं देख रहे हैं लगातार ही जिहड़ा है वो असीं सुन भी रहे हैं कि इउं प्रचार हो रहा जिवें तख्त श्री हजूर साहब कोरोना वायरस का घर होवे ते उत्थों ये लोग जिहड़े वो कैरी करके लिआए हुण पंजाब दे विच वंडण वास्ते। ये बड़ी वड्डी जिहड़ी है एक साजिश है। पंजाब के मंत्री खुद इस गल नूं मानते हैं कि डॉक्टरों के वल्लों कीता टैंपरेचर सही सी, पर जदों पंजाब लिआंदा गया तां संक्रमित हो गए।
ਕੁੱਲ ਮਿਲਾ ਜੁਲਾ ਕੇ ਇਹ ਤਾਂ ਜਾਂਚ ਦਾ ਵਿਸ਼ਾ ਹੈ ਕਿ ਅਜਿਹੀਆਂ ਕੀ ਸਥਿਤੀਆਂ ਬਣੀਆਂ ਜੋ ਸ਼ਰਧਾਲੂ ਪੋਜ਼ਿਟਿਵ ਹੋ ਗਏ। ਪਰ ਜੇਲ੍ਹ ਮੰਤਰੀ ਇਹ ਵੀ ਮੰਨਦੇ ਨੇ ਕਿ ਪੰਜਾਬ ਸਰਕਾਰ ਉੱਥੇ ਇਹਨਾਂ ਦਾ ਟੈਸਟ ਨਹੀਂ ਕਰਵਾ ਸਕਦੀ ਸੀ। ਯਕੀਨਨ ਇਹ ਫਰਜ਼ ਉੱਥੇ ਦੀ ਹੀ ਸਰਕਾਰ ਦਾ ਸੀ, ਪਰ ਜੇਲ੍ਹ ਮੰਤਰੀ ਨੇ ਇਸ ਗੱਲ ਤੇ ਤਰਕ ਕਿਵੇਂ ਦਿੱਤਾ ਉਹ ਵੀ ਸੁਣ ਲਓ। ਤੇ ਜਿਹੜਾ ਉਹਨਾਂ ਨੇ ਕਿਹਾ ਜਦੋਂ ਚੱਲੇ ਨੇ ਉਹਨਾਂ ਕਿਹਾ ਕਿ ਇੱਥੇ ਇਹਨਾਂ ਦੇ ਟੈਸਟ ਕੀਤੇ ਗਏ ਔਰ ਠੀਕ ਨੇ, ਤੇ ਜਿਹੜੇ ਸਾਡੇ ਨਾਲ ਗਏ ਸੀ ਉੱਥੇ ਡਾਕਟਰਸ ਉਹਨਾਂ ਨੇ ਟੈਂਪਰੇਚਰ ਉਹਨਾਂ ਦਾ ਦੇਖਿਆ, ਉਸ ਵੇਲੇ ਉਹਨਾਂ ਦੇ ਜਿਹੜੇ ਟੈਂਪਰੇਚਰ ਠੀਕ ਸੀ। ਬੱਸਾਂ 'ਚ ਬੈਠੇ ਨੇ ਤੇ ਲੈ ਕੇ ਆਏ, ਜਦੋਂ ਇੱਥੇ ਆ ਕੇ ਉਹਨਾਂ ਨੂੰ ਦੁਬਾਰਾ ਟੈਸਟ ਕੀਤੇ ਗਏ ਉਹਦੇ 'ਚ ਕਾਫੀ ਜਿਹੜੇ ਨੇ ਸੰਗਤ ਦੇ ਉਹਨਾਂ ਦੇ ਨੇ ਜਿਹੜੇ ਪੋਜ਼ਿਟਿਵ ਆ ਰਹੇ। ਪੰਜਾਬ ਦੇ ਮੰਤਰੀ ਖੁਦ ਇਸ ਗੱਲ ਨੂੰ ਮੰਨਦੇ ਨੇ ਕਿ ਡਾਕਟਰਾਂ ਦੇ ਵੱਲੋਂ ਕੀਤਾ ਟੈਂਪਰੇਚਰ ਸਹੀ ਸੀ, ਪਰ ਜਦੋਂ ਪੰਜਾਬ ਲਿਆਂਦਾ ਗਿਆ ਤਾਂ ਸੰਕਰਮਿਤ ਹੋ ਗਏ। ਕੁੱਲ ਮਿਲਾ ਜੁਲਾ ਕੇ ਇਹ ਤਾਂ ਜਾਂਚ ਦਾ ਵਿਸ਼ਾ ਹੈ ਕਿ ਅਜਿਹੀਆਂ ਕੀ ਸਥਿਤੀਆਂ ਬਣੀਆਂ ਜੋ ਸ਼ਰਧਾਲੂ ਪੋਜ਼ਿਟਿਵ ਹੋ ਗਏ। ਪਰ ਜੇਲ੍ਹ ਮੰਤਰੀ ਇਹ ਵੀ ਮੰਨਦੇ ਨੇ ਕਿ ਪੰਜਾਬ ਸਰਕਾਰ ਉੱਥੇ ਇਹਨਾਂ ਦਾ ਟੈਸਟ ਨਹੀਂ ਕਰਵਾ ਸਕਦੀ ਸੀ। ਯਕੀਨਨ ਇਹ ਫਰਜ਼ ਉੱਥੇ ਦੀ ਹੀ ਸਰਕਾਰ ਦਾ ਸੀ, ਪਰ ਜੇਲ੍ਹ ਮੰਤਰੀ ਨੇ ਇਸ ਗੱਲ ਤੇ ਤਰਕ ਕਿਵੇਂ ਦਿੱਤਾ ਉਹ ਵੀ ਸੁਣ ਲਓ। ਸੰਗਤ ਦਾ ਜਾਂ ਉੱਥੇ ਸੀਗਾ ਉਹਨਾਂ ਤੇ ਆਖਿਆ ਜਲਦੀ ਜਲਦੀ ਬੱਸਾਂ ਉਹ ਨਾ, ਉਹਨਾਂ ਨੇ ਉਹਦੇ 'ਚ 2 ਦਿਨ ਟੈਸਟ ਲਈ 2 ਦਿਨ ਫਿਰ ਉੱਥੇ ਰਹਿਣਾ ਪੈਂਦਾ ਸੀ। ਤਾਂ ਉਹਨਾਂ ਨੇ ਜਦੋਂ ਆਖਿਆ ਉੱਥੇ ਜਿਹੜੇ ਨੇ ਉਹਨਾਂ ਆਖਿਆ ਕਿ ਇਹਨਾਂ ਦੇ ਟੈਸਟ ਕੀਤੇ ਨੇ ਤੇ ਇਹਨਾਂ ਦੇ ਜਿਹੜੇ ਟੈਸਟ ਨੇ ਉਹ ਠੀਕ ਨੇ, ਇੰਨੇ ਮਹੀਨੇ ਤੋਂ ਨੇ, ਇਹਨਾਂ ਨੂੰ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ, ਤੇ ਇਸ ਕਰਕੇ ਇਹਨਾਂ ਨੂੰ ਜਲਦੀ ਲੈ ਕੇ ਜਾਣਾ ਚਾਹੀਦਾ। ਪਰ ਉੱਥੇ ਵੀ ਜੇ ਆਪਾਂ ਇਹ ਕਰੀਏ ਕਿ ਜੀ ਤੁਹਾਨੂੰ 4 ਦਿਨ ਇੱਥੇ ਪਹਿਲਾਂ ਟੈਸਟ ਕਰਾਂਗੇ ਤੇ ਸੰਗਤ ਦੇ ਵਿੱਚ ਰੋਸ ਤੇ ਆਉਂਦਾ ਹੀ ਆ। ਸੋ ਹੁਣ ਕੀ ਸਮਝੀਏ, ਉੱਥੇ ਦੇ ਪ੍ਰਸ਼ਾਸਨ ਨੇ ਪੰਜਾਬ ਸਰਕਾਰ ਨੂੰ ਗੁੰਮਰਾਹ ਕੀਤਾ ਜਾਂ ਪੰਜਾਬ ਸਰਕਾਰ ਗੁੰਮਰਾਹ ਹੋ ਗਈ, ਜਾਂ ਪੰਜਾਬ ਸਰਕਾਰ ਨੇ ਮਹਾਰਾਸ਼ਟਰ ਸਰਕਾਰ ਦੇ ਨਾਲ ਰਾਬਤਾ ਚੰਗੀ ਤਰ੍ਹਾਂ ਕਾਇਮ ਨਹੀਂ ਕੀਤਾ, ਜਾਂ ਜਲਦਬਾਜ਼ੀ ਹੋਈ, ਜਾਂ ਰਸਤੇ 'ਚ ਕਰੋਨਾ ਬੱਸਾਂ 'ਚ ਵੜ ਗਿਆ ਤੇ ਸ਼ਰਧਾਲੂਆਂ ਨੂੰ ਸੰਕਰਮਿਤ ਕਰਕੇ ਚਲਾ ਗਿਆ। ਅਜਿਹੇ ਜੇ ਕਈ ਹੋਰ ਨੇ, ਪਰ ਸਵਾਲ ਵੱਡਾ ਖੜਾ ਇਹ ਹੁੰਦਾ ਹੈ ਕਿ ਬੀਤੇ ਦਿਨ ਮਹਾਰਾਸ਼ਟਰ ਸਰਕਾਰ 'ਚ ਮਹਾਰਾਸ਼ਟਰ ਦੇ PWD ਮੰਤਰੀ ਅਸ਼ੋਕ ਚੌਹਾਨ ਨੇ ਇੱਕ ਸਵਾਲ ਚੁੱਕਤਾ। ਉਹਨਾਂ ਕਿਹਾ ਕਿ ਮੂਲ ਰੂਪ ਤੋਂ ਨੰਦੇੜ ਸਾਹਿਬ 'ਚ ਕੋਰੋਨਾ ਨਹੀਂ ਸੀ। ਉਹਨਾਂ ਮੁਤਾਬਕ कोरोना कित्थों आया, लो खुद सुन लो। मैं आपको बताना चाहूँगा कि इसमें अगर 26 का पूरा अकाउंट इन पेशेंट्स का या कोरोना वायरस से इफेक्टेड जो लोग उसका पूरा अकाउंट लिया जाएगा तो आप समझ सकते हो कि उसमें से एक महिला ट्रीटमेंट के लिए परभनी ज़िले से नांदेड़ में भेजी गई थी। दूसरे 2 लोग नांदेड़ शहर से थे जिनको पॉजिटिव सिम्टम निकल आए हैं। और इसके बाद में जो 23 लोगों का मामला है, वो 23 लोगों में से 20 लोग ये गुरुद्वारा के सेवा करने वाले लोग हैं, और 3 लोग जो है वो पंजाब से पंजाब को लोग छोड़ने गए थे और वापस आने के बाद में ये उनके ऊपर पॉजिटिवनेस पाया गया है। लो कर लो गल, पंजाब च कांग्रेस सरकार, महाराष्ट्र च कांग्रेस के सहयोगी दे नाल सरकार, ते फिर भी उलंबे एक दूजे नूं भाव स्थितियां साफ नहीं। सवाल यह है कि महाराष्ट्र सरकार दे वल्लों इन्हां श्रद्धालुओं दे सैंपल ले सन या नहीं, क्योंकि जे सैंपल ले हुंदे तां अज हालत ये ना हुंदी। रहिंदी सोंदी कसर एसी बसां ने पूरी कर दित्ती। बहरहाल अशोक जी की गल करिए तां कहना की गलत होवेगा कि जे अपने ही अजिहे होण तां विरोधियां दी की लोड़। शिकायतां ते मेरे खत्म नहीं होए, अजे बाकी ने। उन्होंने कहा कि जेकर गुरुद्वारा कोरोना का केंद्र हुंदा तां इन्फेक्शन पूरे नंदेड़ साहब च फैल जांदा, पर अजिहा नहीं होया। एक तो आप तो समझ सकते हैं कि नांदेड़ शहर में तकरीबन 3000 से लगभग ज़्यादा लोग गुरुद्वारा में पंजाब से, राजस्थान से, विविध ज़िलों से आए हुए, देश के अन्य भागों से आए हुए कई लोग गुरुद्वारा में थे। अगर गुरुद्वारा ही अगर एपिसेंटर या सेंटर रहता था कि जहाँ से कोरोना फैल रहा है, तो उसका परिणाम नांदेड़ शहर के अन्य हिस्सों में भी हो सकता है, पर यह हुआ नहीं, इसलिए कि नांदेड़ शहर में कोई कोरोना का मामला नहीं था। शहर विच कोरोना का कोई मामला नहीं सी। उन्होंने कहा कि 38 गड्डियां पंजाब तो आईयां अते श्रद्धालुओं नूं लैके चलियां गईयां। ये बसां रस्ते विच 2-3 थां ते रोक के पंजाब पहुंचियां। उन्होंने दावा किया कि पंजाब तो 38 बसां नूं लैके ड्राइवर अते सहायक नंदेड़ साहब आए सन अते गुरुद्वारे विच लंगर भी खाधा सी। उन्होंने ये जान तो बाद गुरुद्वारे दे 20 लोग इन्फेक्टेड भी हुए सन। पंजाब के ड्राइवर अते सहायक जदों वापस नंदेड़ साहब पहुंचे तो उन्हां दे विचों 3 विच इन्फेक्शन पाया गया सी। जो लोग
उनको छोड़ने गए थे इन यात्रियों को, जब वहाँ से तकरीबन 78 गाड़ियाँ नांदेड़ शहर में आई बसेस उनको लेने के लिए, यहाँ के लोग वहाँ चले गए। रास्ते में मध्य प्रदेश राजस्थान से होते हुए वो पंजाब तक पहुँचे, और जब रास्ते में वो 2-3 जगह रुककर, स्वाभाविक है रास्ता लंबा था इसलिए बीच में रुककर कहीं वॉशरूम जाना था, कहीं पर खाना खाना था, कहीं पर चाय पीनी थी, इसलिए 2-3 जगह रुक कर वो वहाँ पर चले गए। इसका परिणाम आप देखेंगे कि जो ड्राइवर्स उनको छोड़ने जाकर गए, जब वो वापस आए और वापस आने के बाद में ये वो कोरोनाग्रस्त पॉजिटिव पाए गए। तो एक आप समझ सकते हैं कि जो लोग वापस आने के बाद में उनके ऊपर पॉजिटिव सिम्टम्स नजर आए, जाते वक्त तो कुछ था ही नहीं, आने के बाद में उनमें पॉजिटिव सिम्टम्स पाए गए हैं। और दूसरी बात, जो पंजाब से लोग आए थे वो उसी रूट से आए थे, ड्राइवर्स, और एक तकरीबन 78 गाड़ी जब आई तो एक ही गाड़ी में 2 या 3 लोग साथ में आए, ड्राइवर, क्लीनर और बाकी अन्य कर्मचारी। तो ये सब लोग आने के बाद में गुरुद्वारा में रुके, वहाँ पर लंगर में उन्होंने खाना खाया, और वापस जाते वक्त ये लोग वहाँ से चले जाने के बाद में ये देखा गया कि गुरुद्वारा में भी तकरीबन 20 सेवाकारी लोगों को प्रादुर्भाव इस कोरोना का हुआ। जिथे एक पासे सूबा सरकार की दलील है कि महाराष्ट्र सरकार की अनगैली के कारण पंजाब विच केस ज्यादा वधे ने, उत्थे ही तख्त श्री हजूर साहिब प्रबंधकी बोर्ड का कहना है कि सारे श्रद्धालु तंदुरुस्त रूप दे विच पंजाब रवाना किए गए सन। बहरहाल जिन्होंने रवाना किया ते जिन्हों का स्वागत होया उन्हों का हाल भी देख सुन लो। साढ़े नाल बजुर्ग मातावां ने, बजुर्ग लोग ने साढ़े नाल बिल्कुल थल्ले बैठे हुए है, आ तुसी वेख सकते हो। ना सवेरे बैठी मिली, दसो ना बैठी भी नहीं मिली, कुछ चारपुर डिस्ट्रिक्ट में बैठे हैं असीं सकते हो कि आ बिना दरवाजे तो टॉयलेट फ्लशां ने, और आ देख लो आ कोकरोच इत्थे मरे पे हैं। इन हालातों को देख के श्रोमणी कमेटी प्रधान ने सरकार और कई जिलों के डीसीआं को अपील की सी कि श्रद्धालुओं को गुरुद्वारे ठहरा जाए, क्योंकि श्रद्धालु खुद अजिहा चाहते हैं। वो सारियां जो श्रोमणी गुरुद्वारा प्रबंध कमेटी के गुरुद्वारा साहब ने सरावां दे विच रखण लई असीं प्रबंध जिहड़े ने वो पूरे कीते हुए ने, लेकिन पिछले दिनों जदों तो भी हजूर साहब तो इहड़ी संगत आई है, जिस तरह का इन्हों का व्यवहार किया गया, जिवें इन्होंने एक निजी डेरे दे विच रखण दा सरकार नाल प्रबंध किया गया, और वो बहुत ही माड़ा सी, और उत्थे सारे ही लोग बहुत दुखी रहे ने। मैनूं भी बार बार उन्होंने सारे श्रद्धालुओं ने वल्लों जिहड़े सी बहुत सारे टैलीफोन भी आए सी कि साडा प्रबंध बहुत माड़ा है, ना जी इत्थे रहण दा, इत्थे मच्छर बहुत है, गर्मी बहुत है, असीं तां बहुत दुखी हाँ। सो इस करके मैं उस समय भी जिहड़े साडे गुरदासपुर के डी साहब ने उन्हां नाल भी गल कीती, ते इस तों इलावा मैं अंमृतसर के डीसी नाल भी गल कीती, और सरकार नूं भी बार बार ये बेनती कीती सी कि इन्हां श्रद्धालुओं नूं ये डेरियां विच नहीं रहना चाहुंदे ते ये गुरु घरां विच रहना चाहुंदे ने। जनाब, सियासत उदों हुंदी रही, सरकार ने उस वेले इन्हां श्रद्धालुओं नूं की सोच के अजिहे हाल ते छड़ता पता नहीं, भाव ये समझ तो परे है ते अज माफिया मंगियां जा रही ने। शमूलियत की और पंजाब च पहुंचे, तो उस बाद जिहड़ा साडा सारा अमला फैला सी उन्हें बड़े तकदीर दे नाल सारिਆਂ ਨੂੰ संभालण का उपराला किया। ठीक है, कई जगह पर छोटिया मोटिया त्रुटियां या कुछ कारण करके असीं उन्हां दी पूरी प्रॉपर संभाल नहीं कर सके होवांगे, उन्हां ते इसलिए क्षमा भी चाहुंदे हैं। माफिया च खत्म नहीं, माफिया का दौर शुरू होने वाला है। इधर सेहत मंत्री ने क्षमा याचना की तो उधर राणा गुरजीत ने भी माफी मांग ली। ते संगत पहला तो मैं संत बाबा बलविंदर सिंह, संत बाबा नरिंदर सिंह, उन्होंने दोनों तो माफ़ी मंगदा कि उन्होंने संगत मेरे होंदे होए, हालांकि मैं गेड़े भी 2 रोज़ मारे, उसके बावजूद माड़े हालातों च रही उसकी माफ़ी मंगूगा। मेरी आत्मा दुखी है कि मेरे कपूरथले च लोग होण, लोग कहने 45 और यार मेरा जिला 45 बंदे नहीं साम सकता, तो मैनू MLA रहने का कोई हक नहीं। चंगी व्यवस्था का दावा करने वाली सरकार के सेहत मंत्री जी मानते ने कि कुछ थावां ते चंगियां व्यवस्थावां नहीं दित्तियां गईयां।
ਇਸ ਲਈ ਖਿਮਾ ਦੀ ਯਾਚਨਾ ਵੀ ਕੀਤੀ ਗਈ। ਪਰ ਹੁਣ ਇਹਨਾਂ ਤੋਂ ਕੌਣ ਪੁੱਛੇ ਕਿ ਜਦੋਂ ਤੁਹਾਨੂੰ ਕਿਹਾ ਗਿਆ ਸੀ ਕਿ ਗੁਰਦੁਆਰੇ ਸਾਹਿਬ ਦੇ ਵਿੱਚ ਕਮਰਿਆਂ ਦਾ ਇੰਤਜ਼ਾਮ ਕੀਤਾ ਜਾ ਸਕਦਾ ਹੈ, ਇਹਨਾਂ ਮਰੀਜ਼ਾਂ ਨੂੰ ਠਹਿਰਾਇਆ ਜਾ ਸਕਦਾ ਹੈ, ਤਦ ਕਿਹੜਾ ਗੁਮਾਨ ਸੀ, ਕਿਹੜੀ ਨਾਰਾਜ਼ਗੀ ਸੀ ਕਿ ਅਜਿਹਾ ਨਹੀਂ ਕੀਤਾ ਗਿਆ। ਘੱਟੋ ਘੱਟ ਸਿਆਸਤ ਤਾਂ ਨਹੀਂ ਹੁੰਦੀ, ਕਰ ਲੈਣ ਦਿੰਦੇ ਸੇਵਾ ਸ਼੍ਰੋਮਣੀ ਕਮੇਟੀ ਨੂੰ। ਪਰ ਰੰਧਾਵਾ ਸਾਹਿਬ ਨੇ ਉਸ ਵੇਲੇ ਇਸ ਦਿੱਤੀ ਜਾ ਰਹੀ ਸੇਵਾ ਤੇ ਵੀ ਸਵਾਲ ਚੁੱਕੇ ਸਨ। ਮੈਂ ਐਸਜੀਪੀਸੀ ਦਾ ਗੁਰਦੁਆਰਾ ਜੀ 700 ਏਕੜ ਜ਼ਮੀਨ ਹੈ ਇਸ ਗੁਰਦੁਆਰੇ ਦੇ ਨਾਂ, ਔਰ ਨਾ ਕੀਤੀ ਗਈ ਜਥੇਦਾਰ ਸਾਹਿਬ ਦੀ ਸਟੇਟਮੈਂਟ ਤੋਂ ਬਾਅਦ ਜੋ ਉਹਨਾਂ ਨੇ ਕਿਹਾ, ਮੈਂ ਆਪਣੇ ਜ਼ਿਲ੍ਹਾ ਪ੍ਰਧਾਨ ਸੱਚਰ ਸਾਹਿਬ ਨਾਲ ਗੱਲ ਕੀਤੀ ਕਿ ਸੱਚਰ ਸਾਹਿਬ ਜਥੇਦਾਰ ਸਾਹਿਬ ਨੂੰ ਬੇਨਤੀ ਕਰੋ ਕਿ ਡੇਰਾ ਬਾਬਾ ਨਾਨਕ ਦੇ ਗੁਰਦੁਆਰਾ ਸਾਹਿਬ ਨੇ ਨਾ ਕਰ ਦਿੱਤੀ ਹੈ। ਮੇਰੇ ਐਸਐਚਓ ਡੇਰਾ ਬਾਬਾ ਨਾਨਕ ਦੇ ਨੇ ਜਸਪਾਲ ਸਿੰਘ ਨਾਂ ਦਾ ਪੀਏ ਆ, ਸੱਚਰ ਸਾਹਿਬ ਨੇ ਨੰਬਰ ਭੇਜਿਆ ਕਿ ਜੀ ਆਪਣੇ ਕਿਸੇ ਆਫੀਸਰ ਨੂੰ ਕਹੋ ਕਿ ਉਹਨਾਂ ਨਾਲ ਗੱਲ ਕਰ ਲਓ। ਉਸ ਐਸਐਚਓ ਨੇ ਜਸਪਾਲ ਸਿੰਘ ਜੀ ਨਾਲ ਗੱਲ ਕੀਤੀ ਔਰ ਉਹਨਾਂ ਨੂੰ ਦੱਸਿਆ ਕਿ ਸਾਨੂੰ ਐਸਡੀਐਮ ਡੀਐਸਪੀ ਤੇ ਕਹਿੰਦਾ ਮੈਂ ਅਸੀਂ ਤਿੰਨੋਂ ਗਏ ਕਿ ਜੀ ਸ਼ਰਧਾਲੂ ਆ ਗਏ ਨੇ ਤੇ ਕਿਹੜੇ ਕਮਰੇ ਤੇ, ਉਹਨਾਂ ਆਖਿਆ ਜੀ ਅਸੀਂ ਨਹੀਂ ਟਰਾਉਣੇ। ਕੁਝ ਦਿਨ ਪਹਿਲਾਂ ਵਿਕਰਮ ਮਜੀਠੀਆ ਨੇ ਅਪੀਲ ਕੀਤੀ ਸੀ ਮੁੱਖ ਮੰਤਰੀ ਸਾਹਿਬ ਨੂੰ ਕਿ ਸੀਐਮ ਸਾਹਿਬ ਹੁਕਮ ਲਾਓ ਤਾਂ ਜੋ ਵਿਰੋਧੀ ਧਿਰ ਵੀ ਸਰਕਾਰ ਦੇ ਨਾਲ ਮੋਢਾ ਜੋੜ ਕੇ ਖੜਾ ਹੋ ਸਕੇ, ਸਾਥ ਦੇ ਸਕੇ। ਤੇ ਅੱਜ ਸੀਐਮ ਸਾਹਿਬ ਦੇ ਮੰਤਰੀ ਸਾਰਿਆਂ ਨੂੰ ਅਪੀਲ ਕਰ ਰਹੇ ਨੇ ਕਿ ਆਪਾਂ ਇਕੱਠੇ ਹੋਈਏ। ਉਹ ਪਹਿਲਾਂ ਸੁਣੋ ਮਜੀਠੀਆ ਦੀ ਅਪੀਲ ਤੇ ਫਿਰ ਬਾਅਦ ਵਿੱਚ ਸਿਹਤ ਮੰਤਰੀ ਦੀ ਗੁਜ਼ਾਰਿਸ਼ ਵੀ ਸੁਣਾਉਂਦੇ ਹਾਂ। ਮੈਂ ਅਪੀਲ ਕਰੂੰਗਾ ਕਿ ਤੁਸੀਂ ਮੇਰੇ ਤੋਂ ਵੱਧ ਚਿੰਤਿਤ ਹੋ, ਮੈਂ ਇਸ ਗੱਲ ਨੂੰ ਸਮਝਦਾ ਹਾਂ। ਅਸੀਂ ਸਾਰੇ ਤੁਹਾਡੀ ਮਦਦ ਤੇ ਖਲੋਤੇ ਹਾਂ, ਸਾਨੂੰ ਵੀ ਹੁਕਮ ਕਰੋ ਸਾਰੇ ਰਲ ਮਿਲ ਕੇ ਜਿੱਥੇ ਅਸੀਂ ਕੰਟਰੀਬਿਊਟ ਕਰ ਸਕਦੇ ਹਾਂ, ਜਾਂ ਹੋਰ ਜਥੇਬੰਦੀਆਂ ਨੇ ਜਿਹੜਾ ਕੰਮ ਕਰਨਾ ਚਾਹ ਰਹੀਆਂ ਮਗਰ ਕਰਫਿਊ ਦੀ ਪਾਬੰਦੀ ਕਰਕੇ ਉਹ ਘਰ 'ਚ ਵੜੀਆਂ ਨੇ। ਮੈਂ ਸਾਰਿਆਂ ਨੂੰ ਇਹ ਅਪੀਲ ਕਰਨੀ ਚਾਹੁੰਦਾ, ਖਾਸ ਕਰਕੇ ਸਾਰੇ ਪੋਲੀਟੀਕਲ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਨੇ ਤੇ ਜਾਂ ਫਿਰ ਜਿਹੜੇ ਸਾਡੇ ਐਨਜੀਓ ਬਣੀਆਂ ਹੋਈਆਂ ਨੇ ਤੇ ਜਾਂ ਸਾਡੇ ਜਿਹੜੀਆਂ ਧਾਰਮਿਕ ਸ਼ਖਸੀਅਤਾਂ ਜਿਹੜੀਆਂ ਕੌਮ ਨੂੰ ਹਮੇਸ਼ਾ ਸੇਧ ਦਿੰਦੀਆਂ ਨੇ, ਉਹਨਾਂ ਚਾਹਾਂ ਦੀ ਮੇਰੀ ਬੇਨਤੀ ਹੈ ਕਿ ਇਸ ਮਹਾਮਾਰੀ ਦੇ ਖਿਲਾਫ ਲੜਨ ਲਈ ਸਭ ਸਾਰਿਆਂ ਨੂੰ ਇੱਕ ਮਤ ਹੋ ਕੇ ਜੁਟ ਹੋ ਕੇ ਹੁੰਦਾ ਆਪਣਾ ਫੈਸਲਾ ਲੈਣਾ ਚਾਹੀਦਾ। ਦੇਰ ਆਏ ਦੁਰਸਤ ਹੈ, ਪਰ ਆਉਣ ਵਾਲਾ ਸਮਾਂ ਹੀ ਦੱਸੂਗਾ ਕਿ ਕੌਣ ਕਿਸ ਦੀ ਮਦਦ ਕਰਦਾ ਹੈ ਅਤੇ ਕੌਣ ਸਿਆਸਤ ਕਰਦਾ ਹੈ। ਬਹਰਹਾਲ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਇਹ ਵੀ ਆਖ ਚੁੱਕੇ ਨੇ ਕਿ ਸ਼ਰਧਾਲੂਆਂ ਦੇ ਟੈਸਟ ਕਰਨ ਦੀ ਜ਼ਿੰਮੇਵਾਰੀ ਮਹਾਰਾਸ਼ਟਰ ਸਰਕਾਰ ਦੀ ਸੀ, ਜੋ ਉਹਨਾਂ ਨੇ ਨਹੀਂ ਕੀਤੀ। ਉਹਨਾਂ ਇਹ ਜ਼ਿੰਮੇਵਾਰੀ ਨਹੀਂ ਨਿਭਾਈ ਅਤੇ ਜਿਹਾ ਕਰਕੇ ਉਸ ਨੇ ਭਾਰਤ ਸਰਕਾਰ ਦੇ ਵੱਲੋਂ ਕਰੋਨਾ ਸੰਬੰਧੀ ਜਾਰੀ ਕੀਤੇ ਆਦੇਸ਼ਾਂ ਦੀ ਉਲੰਘਣਾ ਕੀਤੀ ਹੈ। ਹੋ ਸਕਦਾ ਸਿੱਧੂ ਸਾਹਿਬ ਇਸ ਕਿਰਿਆ ਦਾ ਚੌਹਾਨ ਸਾਹਿਬ ਦੇ ਵੱਲੋਂ ਪ੍ਰਤੀਕਿਰਿਆ ਹੋਵੇ, ਪਰ ਜੋ ਵੀ ਹੈ ਮਜੀਠੀਆ ਨੇ ਐਤਵਾਰ ਨੂੰ ਪ੍ਰੈਸ ਕਾਨਫਰੰਸ ਕਰਕੇ ਸਰਕਾਰ ਤੇ ਕਈ ਸਵਾਲ ਜ਼ਰੂਰ ਖੜੇ ਕਰ ਦਿੱਤੇ। ਦਰਅਸਲ 22 ਜ਼ਿਲ੍ਹਿਆਂ 'ਚ ਐਤਵਾਰ ਤੱਕ 1100 ਤੋਂ ਵੱਧ ਲੋਕ ਇਸ ਵਾਇਰਸ ਦੀ ਚਪੇਟ 'ਚ ਆ ਚੁੱਕੇ ਨੇ। 60% ਕੇਸ ਸਿਰਫ ਪਿਛਲੇ 4 ਦਿਨਾਂ 'ਚ ਸਾਹਮਣੇ ਆਏ ਨੇ। ਪੰਜਾਬ ਇਸ ਵੇਲੇ ਕੋਰੋਨਾ ਦੇ ਡੇਂਜਰ ਜ਼ੋਨ 'ਚ ਪਹੁੰਚ ਚੁੱਕਿਆ ਹੈ। ਆਓ ਝਾਤ ਮਾਰਦੇ ਹਾਂ ਦੁਪਹਿਰ 12 ਵਜੇ ਤੱਕ ਦੇ ਕੁਝ ਆંકੜਿਆਂ ਤੇ ਕਿਸ ਸ਼ਹਿਰ 'ਚ ਕਿੰਨੇ ਕੇਸ ਨੇ। ਸੂਬੇ 'ਚ ਦੁਪਹਿਰ 12 ਵਜੇ ਤੱਕ 1118 ਕੇਸ ਦੇ ਕਰੀਬ ਤੇ 22 ਮੌਤਾਂ। ਕਰੀਬ 60% ਤੋਂ ਵੱਧ ਕੇਸ ਸਿਰਫ 4 ਦਿਨਾਂ 'ਚ ਸਾਹਮਣੇ ਆਏ ਨੇ। ਹੁਣ ਤੱਕ 600 ਤੋਂ ਵੱਧ ਸ਼ਰਧਾਲੂ ਕੋਰੋਨਾ ਪੋਜ਼ਿਟਿਵ ਆਏ ਨੇ। ਨਵਾਂ ਸ਼ਹਿਰ 'ਚ 57 ਹੋਰ ਸ਼ਰਧਾਲੂ ਪੋਜ਼ਿਟਿਵ ਮਿਲੇ ਨੇ। ਹੁਸ਼ਿਆਰਪੁਰ 'ਚ ਇਸ ਦੀ ਗਿਣਤੀ 40 ਤੇ ਬਠਿੰਡਾ 'ਚ 33 ਹੋਰ ਸ਼ਰਧਾਲੂ ਪੋਜ਼ਿਟਿਵ ਪਾਏ ਗਏ ਨੇ। ਮੁਕਤਸਰ ਸਾਹਿਬ 'ਚ ਕੋਰੋਨਾ ਦੇ 42 ਨਵੇਂ ਕੇਸ ਸਾਹਮਣੇ ਆਏ ਨੇ, ਜ਼ਿਆਦਾਤਰ ਸ਼ਰਧਾਲੂ ਨੇ। ਤਰਨਤਾਰਨ ਤੋਂ ਵੀ 96 ਨਵੇਂ ਸ਼ਰਧਾਲੂ ਕੋਰੋਨਾ ਪੋਜ਼ਿਟਿਵ ਪਾਏ ਗਏ ਨੇ। ਰੋਪੜ 'ਚ ਵੀ 9 ਹੋਰ ਸ਼ਰਧਾਲੂ ਕੋਰੋਨਾ ਪੋਜ਼ਿਟਿਵ ਪਾਏ ਗਏ ਨੇ। ਹੁਣ ਤੱਕ 21 ਜ਼ਿਲ੍ਹਿਆਂ 'ਚ ਕੋਰੋਨਾ ਪੋਜ਼ਿਟਿਵ ਸ਼ਰਧਾਲੂ ਮਿਲੇ ਨੇ। ਅੰਮ੍ਰਿਤਸਰ 'ਚ ਸਭ ਤੋਂ ਜ਼ਿਆਦਾ 193 ਸ਼ਰਧਾਲੂ ਪੀੜਿਤ ਨੇ। ਇਹ ਸਾਰਾ ਜੱਗ ਜਾਣਦਾ। ਸੋ ਸ਼ਾਮ ਪੈਂਦੇ ਐਸਜੀਪੀਸੀ ਮੈਂਬਰ ਅਮਰਜੀਤ ਸਿੰਘ ਜੀ ਦਾ ਬਿਆਨ ਵੀ ਸਾਹਮਣੇ ਆ ਗਿਆ। ਮਾਫੀ ਮੰਗੀ ਸੀ ਤਾਂ ਸਿਆਸਤ ਤਾਂ ਹੋਣੀ ਹੀ ਸੀ। ਲੋ ਸੁਣ ਲਓ ਉਹਨਾਂ ਨੂੰ ਵੀ। ਹਜੂਰ ਸਾਹਿਬ ਤੋਂ ਜੋ ਯਾਤਰੀ ਪੰਜਾਬ ਲਿਆਂਦੇ ਗਏ ਆ ਉਹਨਾਂ ਦੇ ਬਾਰੇ ਮੈਂ ਸਮਝਦਾ ਕਿ ਕਾਂਗਰਸ ਜਿਹੜੀ ਹਕੂਮਤ ਹੈ ਇੱਕ ਬਹੁਤ ਵੱਡੀ ਸਾਜ਼ਿਸ਼ ਜਿਹੜੀ ਉਹ ਕਰ ਰਹੀ ਹੈ। ਸਾਨੂੰ ਇਸ ਗੱਲ ਦਾ ਬੜਾ ਭਾਰੀ ਦੁੱਖ ਹੈ। ਅਮਰਜੀਤ ਜੀ ਜਨਤਾ ਇੰਨੀ ਕੁ ਤਾਂ ਜਾਣਦੀ ਹੈ ਕਿ ਜੇ ਇਸ ਸਰਕਾਰ ਦੀ ਸਾਜ਼ਿਸ਼ ਹੁੰਦੀ ਤਾਂ ਸਰਕਾਰ ਦੇ ਮੰਤਰੀ ਮਾਫੀ ਨਾ ਮੰਗਦੇ, ਸਰਕਾਰ ਦੇ ਐਮਐਲਏ ਮਾਫੀ ਨਾ ਮੰਗਦੇ। ਇਸ ਮਾਫੀ ਨੂੰ ਜਨਤਾ ਤੇ ਛੱਡ ਦਿਓ, ਉਹ ਆਪ ਫੈਸਲਾ ਕਰ ਲਵੇਗੀ ਕਿ ਮਾਫੀ ਦਿਲੋਂ ਹੈ ਜਾਂ ਨਹੀਂ। ਯਾਦ ਕਰੀਏ ਉਸ ਦਿਨ ਨੂੰ ਜਦੋਂ ਸ਼੍ਰੀ ਹਜ਼ੂਰ ਸਾਹਿਬ ਤੋਂ ਵਾਪਸ ਪਰਤੇ ਸ਼ਰਧਾਲੂਆਂ ਨੂੰ ਲੈ ਕੇ ਕ੍ਰੈਡਿਟ ਵਾਰ ਹੋ ਰਹੀ ਸੀ। ਅਕਾਲੀ ਦਲ ਆਪਣੇ ਸਿਰ ਤੇ ਸਹਿਰਾ ਬਣ ਰਿਹਾ ਸੀ।
ਸਰਕਾਰ ਆਪਣੇ ਸਿਰ ਤੇ ਐਸਜੀਪੀਸੀ ਆਪਣੇ ਸਿਰ ਤੇ। ਫਿਲਹਾਲ ਲੋੜ ਹੈ ਸਾਰੇ ਦੇ ਮਿਲੇ ਜੁਲੇ ਸਹਿਯੋਗ ਨੂੰ ਪੀੜਤਾਂ ਤੱਕ ਪਹੁੰਚਾਉਣ ਦੀ, ਤਾਂ ਜੋ ਸਿਆਸਤ ਨਾ ਹੋਵੇ, ਸਿਰਫ ਮਰੀਜ਼ ਠੀਕ ਹੋਣ ਤੇ ਪੰਜਾਬ ਮੁੜ ਖੁਸ਼ਹਾਲ ਹੋਵੇ। ਚੰਡੀਗੜ੍ਹ ਨਿਊਜ਼ ਡੈਸਕ ਤੋਂ ਨੀਰਜ ਪਾਲੀ ਦੇ ਨਾਲ ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ।